ਇਸ ਝੰਡੇ ਦੇ ਪ੍ਰੋਪਾਗੈਂਡਾ ਦੇ ਵਿੱਚੋਂ ਵੀ ਜਿਹੜੀ ਉਲਝਣਬਾਜ਼ੀ ਹੈ ਉਹਦੇ 'ਚ ਨੌਜਵਾਨੀ ਕਰੇ ਕੀ? ਰਾਸ਼ਟਰਵਾਦ ਦੀ ਗੱਲ ਨਾ ਕਰੇ, ਦੇਸ਼ ਦੀ ਗੱਲ ਨਾ ਕਰੇ, ਐਵੇਂ ਕਿਵੇਂ ਹੋ ਸਕਦਾ? ਉਸ ਜਿਹੜੀ ਸ਼ਿਕਾਰ ਹੋ ਰਹੀ ਆ ਉਹ ਨੌਜਵਾਨ ਥਾਟ ਹੋ ਰਹੀ ਆ, ਉਹ ਐਮਪਟੀਨੈਸ ਨਾਰਿਆਂ ਮਗਰ ਭੱਜਦੀ ਆ। ਕਦੀ ਗਾਣੇ ਸੁਣ ਕੇ ਭੱਜ ਲੈਂਦੀ ਆ, ਕਦੀ ਉਹ ਕਿਸੇ ਹੋਰ ਰੁੱਖ ਨੂੰ ਦੇਖ ਕੇ ਕਿਸੇ ਦਾ ਝੰਡਾ ਚਲਾਇਆ ਫੋਕਾ, ਪਰ ਭਾਵੇਂ ਉਦੋਂ ਤੋਂ ਬਾਅਦ 'ਚ ਉਹ ਤੋਂ ਕੀਮਤ ਨਹੀਂ ਅਦਾ ਕੀਤੀ ਗਈ, ਨਾ ਉਹ ਆਪਣੇ ਪੈਰ ਛੱਡ ਗਿਆ ਸੀ, ਕਦੀ ਉਹਦੇ ਮਗਰ ਭੱਜ ਪੈਂਦੇ ਰਹੇ। ਇੱਥੇ ਆਪਣੇ ਨੌਜਵਾਨੀ ਹੈਗੀ ਆ, ਇਟਸ ਇਨ ਏ ਕਨਫਿਊਜ਼ ਸਟੇਟ ਆਫ ਮਾਈਂਡ, ਕਿਉਂਕਿ ਇੰਨੇ ਨੈਰੇਟਿਵ ਸਿਰਜੇ ਗਏ। ਸਵਾਲ ਨੇਸ਼ਨਹੁੱਡ ਦਾ ਆਉਂਦਾ ਹੈ, ਇੱਕ ਸਵਾਲ ਆਉਂਦਾ ਅਨੇਕਤਾ ਦੇ ਵਿੱਚ ਏਕਤਾ ਦਾ। ਜ਼ਿੰਦਗੀ ਦੇ ਨਾ ਇੱਕ ਹੁੰਦਾ ਮੋਟੋ ਜਿਹੜਾ ਮੈਂ ਅਮਰੀਕਾ 'ਚ ਜਾ ਕੇ ਸਿੱਖਿਆ ਸੀ, ਜਿਹੜਾ ਕਿ ਸਟੂਡੈਂਟਸ ਨੂੰ, ਨੌਜਵਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਨਸਾਨ ਦਾ ਅਸਲ ਮਕਸਦ ਕੀ ਹੁੰਦਾ। ਜਦੋਂ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਨੇ, ਤਾਂ ਉਸ ਸਮੇਂ ਪੰਜਾਬ ਦੇ ਵਿੱਚ ਇੱਕ ਪੂਰੇ ਦੇਸ਼ ਦੇ ਵਿਪਰੀਤ ਪ੍ਰੋਪਾਗੈਂਡਾ ਖੜਾ ਕਰਨ ਦੀ ਕੋਸ਼ਿਸ਼ ਕਿਉਂ ਪੈ ਜਾਂਦੀ ਹੈ? ਚਾਹੀਦਾ ਕਿ ਪਿਛਲੇ 7 ਸਾਲਾਂ 'ਚ 22 ਕਰੋੜ ਬੱਚਿਆਂ ਨੇ ਅਪਲਾਈ ਕੀਤਾ ਸੀ ਫॉर ਸੈਂਟਰਲ ਗਵਰਨਮੈਂਟ ਜੌਬਸ, ਸਟੇਟ ਗਵਰਨਮੈਂਟ ਜੌਬਸ, ਤੇ ਕਿੰਨਿਆਂ ਨੂੰ ਮਿਲੀ ਆ? ਸਿਰਫ ਓਨਲੀ 7 ਲੱਖ ਨੇ। ਜਿਹੜੇ ਪੰਜਾਬੀ ਕਾਇਦੇ ਸੀ, ਜਦੋਂ ਸਮਾਜ ਵੰਡਿਆ ਉਹਨਾਂ ਨੇ ਕਿ ਤੁਹਾਡਾ ਧਰਮ ਦੇ ਮੁਤਾਬਕ ਤੁਸੀਂ ਆਪਣੀ ਭਾਸ਼ਾ ਬੋਲਣੀ ਆ, ਉਹਨਾਂ ਨੇ ਕਾਇਦੇ 4 ਆਨੇ 'ਚ ਖਰੀਦੇ। ਜਿਹੜੀ ਬੰਦੂਕਾਂ ਵਾਪਸ ਲਈਆਂ ਸੀ ਉਹ 2 ਆਨੇ 'ਚ ਲਈਆਂ। ਵੈਲਕਮ ਬੈਕ, ਮੈਂ ਮਨਵੀਰ ਕੌਰ। ਹਫਤੇ ਦੇ ਵਿੱਚ ਇੱਕ ਪ੍ਰੋਗਰਾਮ ਤੁਹਾਡੇ ਲਈ ਇੱਕ ਇਸ ਤਰ੍ਹਾਂ ਦਾ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਹੁੰਦੀ ਹੈ ਜਿਹਦੇ ਵਿੱਚ ਬਹੁਤ ਹੀ ਸੈਂਸਿਟਿਵ ਤੇ ਇੰਪੈਕਟਫੁਲ ਮੁੱਦੇ, ਜਿਨ੍ਹਾਂ ਦਾ ਇੰਪੈਕਟ ਫਿਊਚਰ ਦੇ ਵਿੱਚ ਹੋ ਸਕਦਾ, ਜਿਹੜੇ ਸਾਡੇ ਲਈ ਜ਼ਰੂਰੀ ਨੇ, ਉਹਨਾਂ ਨੂੰ ਐਡਰੈਸ ਕੀਤਾ ਜਾਵੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੀ ਨੌਜਵਾਨੀ ਕਿਵੇਂ ਝੰਡੇ ਦੇ ਪ੍ਰੋਪਾਗੈਂਡਾ ਮਸਲੇ ਦੇ ਵਿੱਚ ਉਲਝੀ ਪਈ ਹੈ। ਉਹਨਾਂ ਦੇ ਕੁਝ ਸਵਾਲ ਨੇ ਉਸ ਉਲਝਣਬਾਜ਼ੀ ਦੇ ਵਿੱਚੋਂ ਨਿਕਲੇ, ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਮੇਰੇ ਖਾਸ ਗੈਸਟ, ਸਪੈਸ਼ਲ ਗੈਸਟ ਮੇਰੇ ਨਾਲ ਹੁੰਦੇ ਨੇ, ਰਣਜੀਤ ਸਿੰਘ ਕੁੱਕੀ ਗਿੱਲ ਜੀ ਵੱਲ ਲੈ ਕੇ ਜਾਵਾਂਗੇ। ਸਭ ਤੋਂ ਪਹਿਲਾਂ ਰਣਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ ਸਰ। ਲੇਕਿਨ ਜਦੋਂ ਇਹ ਝੰਡੇ ਦੇ ਪ੍ਰੋਪਾਗੈਂਡਾ ਤੇ ਮੈਂ ਜੋ ਹਫਤੇ ਦੇ ਵਿੱਚ ਪਿਛਲੇ ਜੋ ਵੀ ਘਟਨਾਕ੍ਰਮ ਵਾਪਰੇ ਨੇ, ਜਿਸ ਤਰ੍ਹਾਂ ਦੇ ਨਾਲ ਇੱਕ ਬਹੁਤ ਰਿਜਿਡਿਟੀ ਦੇ ਨਾਲ ਇਹ ਚੀਜ਼ ਅੱਗੇ ਪ੍ਰੋਗਰੈਸ ਕਰ ਰਹੀ ਹੈ, ਤਾਂ ਮੈਂ ਆਪਣੇ ਨਾਲ ਜੁੜੇ ਕਈ ਨੌਜਵਾਨਾਂ ਨੂੰ ਇਹ ਸਵਾਲ ਪੁੱਛੇ ਕਿ ਤੁਹਾਡੇ ਦਿਮਾਗਾਂ 'ਚ ਕੀ ਹੈ, ਤਾਂ ਮੇਰੇ ਸਾਹਮਣੇ ਆਇਆ ਕਿ ਉਹ ਬਹੁਤ ਉਲਝੇ ਹੋਏ ਨੇ। ਉਹਨਾਂ ਦੀ ਉਲਝਣਬਾਜ਼ੀ ਇੰਨੀ ਕਿ ਜ਼ਿਆਦਾ ਹੈ ਕਿ ਉਹਨਾਂ ਦੇ ਦਿਮਾਗ 'ਚ ਇੰਨੇ ਸਵਾਲ ਨੇ, ਸ਼ਾਇਦ ਏਦਾਂ ਲੱਗਦਾ ਕਿ ਆਪਾਂ ਐਡਰੈਸ ਕਰ ਨਹੀਂ ਪਾਉਂਗੇ। ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਇੱਕ ਆਬਵੀਅਸ ਜਿਹਾ ਫਿਨੋਮੀਨਾ ਹੈ ਕਿ ਜਦੋਂ ਰਾਸ਼ਟਰੀ ਲੈਵਲ ਤੇ ਆਜ਼ਾਦੀ ਦਿਹਾੜਾ ਦੇਸ਼ ਦਾ, ਉਸ ਸਮੇਂ ਤਿਰੰਗੇ ਦੀ ਵੈਲਿਊ ਸਰਟਨਲੀ ਇੱਕ ਸਾਹਮਣੇ ਆਉਂਦੀ ਆ, ਇੱਕ ਸਿੰਬੋਲਿਜ਼ਮ ਸਾਹਮਣੇ ਆਉਂਦਾ, ਦੂਸਰੇ ਪਾਸੇ ਆਪਣੀ ਸਟੇਟ ਦੇ ਵਿੱਚ ਵੀ ਇੱਕ ਝੰਡੇ ਦਾ ਪ੍ਰੋਪਾਗੈਂਡਾ ਚੱਲ ਰਿਹਾ ਹੈ। ਸਾਰੀ ਉਲਝਣਬਾਜ਼ੀ ਦਾ ਅਸਰ ਨੌਜਵਾਨੀ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਕਿਵੇਂ ਹੋਏਗਾ? ਵੈਸੇ ਤਾਂ ਨਾ ਮੈਂ ਜ਼ਿੰਦਗੀ ਦੇ ਨਾ ਇੱਕ ਹੁੰਦਾ ਮੋਟੋ ਜਿਹੜਾ ਮੈਂ ਅਮਰੀਕਾ 'ਚ ਜਾ ਕੇ ਸਿੱਖਿਆ ਸੀ, ਜਿਹੜਾ ਕਿ ਸਟੂਡੈਂਟਸ ਨੂੰ, ਨੌਜਵਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਇਨਸਾਨ ਦਾ ਅਸਲ ਮਕਸਦ ਕੀ ਹੁੰਦਾ। ਉਹ 3 ਵਰਡਸ ਨੇ: ਲਾਈਫ, ਲਿਬਰਟੀ ਐਂਡ ਪਰਸਿਊਟ ਆਫ ਹੈਪੀਨੈਸ। ਥੀਸ ਆਰ ਦਾ 3 ਗੋਲਸ ਜਿਹੜੇ ਇਨਸਾਨ ਨੂੰ ਸਦਾ ਇੱਕ ਤਰਤੀਬ 'ਚ ਰੱਖਣ ਲਈ ਬਹੁਤ ਮਾਇਨੇ ਰੱਖਦੇ ਕਿ ਜ਼ਿੰਦਗੀ ਵੀ ਚਾਹੀਦੀ ਆ, ਆਜ਼ਾਦੀ ਵੀ ਚਾਹੀਦੀ ਆ, ਤੇ ਪਰਸੂਟ ਆਫ ਹੈਪੀਨੈਸ ਵੀ ਚਾਹੀਦੀ, ਕਿਉਂਕਿ ਕਦੇ ਵੀ ਕੋਈ ਗਮ ਦੀ ਤਲਾਸ਼ ਨਹੀਂ ਕਰਦਾ, ਖੁਸ਼ੀ ਦੀ ਤਲਾਸ਼ ਕਰਦਾ, ਉਹ ਵੀ ਆਜ਼ਾਦੀ ਦੇ ਰਾਹ ਪੈ। ਇਹ ਇਨਸ਼ਰਾਈਨਡ ਨੇ ਬਿੱਲ ਆਫ ਰਾਈਟਸ ਦੇ ਵਿੱਚ, ਇਨ ਅਮਰੀਕਨ ਕਨਸਟੀਟਿਊਸ਼ਨ। ਮਤਲਬ ਕਿ ਉਹਨਾਂ ਨੇ ਇਸ ਚੀਜ਼ ਨੂੰ ਤਰਜੀਹ ਦਿੱਤੀ ਆ। ਤਾਂ ਹੀ ਤਾਂ ਉੱਥੇ ਜਦੋਂ ਜੁਲਾਈ 4 ਆਉਂਦੀ ਆ ਜਾਂ ਜੁਲਾਈ 1 ਆਉਂਦੀ ਆ ਕੈਨੇਡਾ 'ਚ, ਜਿਹੜੇ ਉਹਨਾਂ ਦੇ ਡੇਜ਼ ਨੇ, ਇੰਡੀਪੈਂਡੈਂਸ ਡੇਜ਼ ਨੇ, ਉੱਥੇ ਕੋਈ ਇੱਦਾਂ ਦੀ ਐਮਟੀਨੈਸ ਦਾ ਪ੍ਰਗਟਾਵਾ ਨਹੀਂ ਹੁੰਦਾ, ਇੱਕ ਭਰਮਾ ਹੰਗਾਰਾ ਮਿਲਦਾ ਲੋਕਾਂ ਨੂੰ। ਲੋਕੀ ਜਸ਼ਨ ਮਨਾਉਂਦੇ ਨੇ, ਬਾਰਬੀਕਿਊ ਕਲਚਰ ਆਉਂਦਾ ਹੈਗਾ, ਸ਼ਾਮ ਨੂੰ ਉੱਥੇ ਫਾਇਰ ਵਰਕਸ ਦੀ ਸਿਟੀ ਕੌਂਸਲਸ ਵੱਲੋਂ ਨੁਮਾਇਸ਼ ਹੁੰਦੀ ਆ। ਉਹ ਇੱਕ ਚੀਜ਼ ਹੈਪੀਨੈਸ ਦਾ ਪ੍ਰਗਟਾਵਾ, ਇੱਕ ਆਜ਼ਾਦੀ ਦਾ ਪ੍ਰਗਟਾਵਾ, ਇੱਕ ਲਿਬਰਟੀ ਆ, ਇੱਕ ਲਾਈਫ ਆ ਕਿ ਇਹ ਜਿਉਣੀ ਕਿਵੇਂ ਆ, ਤੇ ਆਪਣਾ ਅਲਟੀਮੇਟ ਗੋਲ ਕੀ ਆ। ਜਿਹੜਾ ਇੱਥੇ ਆਪਣੇ ਨੌਜਵਾਨੀ ਹੈਗੀ ਆ, ਇਟਸ ਇਨ ਏ ਕਨਫਿਊਜ਼ ਸਟੇਟ ਆਫ ਮਾਈਂਡ, ਕਿਉਂਕਿ ਇੰਨੇ ਨੈਰੇਟਿਵ ਸਿਰਜੇ ਗਏ ਨੇ ਇਸ ਐਮਟੀਨੈਸ ਸਪੇਸ ਦੇ ਵਿੱਚ ਕਿ ਆਪਾਂ ਨੂੰ ਇਹ ਨਹੀਂ ਦੱਸ ਰਹੇ ਕਿ 75 ਈਅਰਸ ਦੇ ਵਿੱਚ ਕੀ ਜਿਹੜਾ ਯੂਨੀਅਨ ਆਫ ਸਟੇਟਸ ਬਣੀ ਸੀ, ਕਿ ਹਾਊ ਮਚ ਇਟ ਹੈਜ਼ ਟਰੈਵਲਡ। ਨੋ ਡਾਊਟ ਕਿ ਕਾਫੀ ਸਵੇਸ ਤਰੱਕੀ ਹੋਈ ਆ, ਪਰ ਉਹਦੇ ਵਿੱਚ ਇਹ ਵੀ ਦੇਖ ਲੈਣਾ ਚਾਹੀਦਾ ਕਿ ਪਿਛਲੇ 7 ਸਾਲਾਂ 'ਚ
22 ਕਰੋੜ ਬੱਚਿਆਂ ਨੇ ਅਪਲਾਈ ਕੀਤਾ ਸੀ ਫॉर ਸੈਂਟਰਲ ਗਵਰਨਮੈਂਟ ਜੌਬਸ, ਸਟੇਟ ਗਵਰਨਮੈਂਟ ਜੌਬਸ, ਤੇ ਕਿੰਨਿਆਂ ਨੂੰ ਮਿਲੀ ਆ? ਸਿਰਫ ਓਨਲੀ 7 ਲੱਖ ਪੀਪਲ, 700,000 ਪੀਪਲ। ਇਹ ਐਮਪਟੀਨੈਸ ਕਿ ਕੀ ਸਾਡੇ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦਾ ਵਰਲਡ ਰੈਂਕਿੰਗਸ ਦੇ ਵਿੱਚੋਂ ਇੰਸਟੀਟਿਊਸ਼ਨਸ ਦੀ ਰੈਂਕਿੰਗ ਥੱਲੇ ਕਿਉਂ ਆ ਰਹੀ ਹੈ? ਰੈਦਰ ਇਟ ਸ਼ੁੱਡ ਹੈਵ ਬੀਨ ਇੰਪਰੂਵਿੰਗ। ਆਪਣੇ ਹੈਲਥ ਜਿਹੜੇ ਸਟਰਕਚਰਸ ਨੇ ਉਹ ਕਿਉਂ ਕਰੰਬਲ ਕਰ ਰਹੇ ਨੇ? ਮੈਂ ਬਹੁਤ ਹੀ ਦੂਰ ਨਹੀਂ ਜਾਂਦਾ, ਪੰਜਾਬ 'ਚ ਹੀ ਦੇਖ ਲਓ, ਇੱਥੇ ਹਜੇ ਗੱਦਿਆਂ ਲਈ ਲੜ ਰਹੇ ਆਪਾਂ ਆਪਣੇ ਮੈਡੀਕਲ ਹਸਪੀਟਲ ਤੇ ਕਾਲਜਸ ਤੇ ਯੂਨੀਵਰਸਿਟੀਜ਼ ਦੇ ਵਿੱਚ। ਮਤਲਬ ਕਿ ਸੱਚ ਟ੍ਰੀਵੀਅਲ ਇਸ਼ੂਜ਼ ਜਿਹੜੇ ਨੇ ਉਹ ਅਟਰੈਕਟ ਕਰਦੇ ਨੇ ਲੋਕਾਂ ਦੇ ਇੱਕ ਮੋਨੋਲੋਗ ਨੂੰ, ਜਿਹੜਾ ਕਿ ਉਹਨਾਂ ਵਿੱਚ ਕਨਫਿਊਜ਼ਡ ਸਟੇਟ ਆਫ ਮਾਈਂਡ ਕਰਦਾ। ਜੇ ਝੰਡੇ ਦੀ ਆਪਾਂ ਫਲੈਗ ਦੀ ਗੱਲ ਕਰਦੇ ਹਾਂ, ਜੇ ਫਲੈਗ ਦੇਖਣਾ ਨੌਜਵਾਨੀ ਨੇ ਤਾਂ ਆਸਰੋਂ ਪਿੰਡ ਜਾਵੇ, ਰੋਪੜ ਵਾਲੇ ਪਾਸਿਓਂ ਸਤਲੁਜ ਦਰਿਆ ਟੱਪੋ, ਉੱਥੇ ਆਸਰੋਂ ਪਿੰਡ ਦੀ ਪਹਾੜੀ ਆ। ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ 1831 ਵਿੱਚ ਅੰਗਰੇਜ਼ਾਂ ਦੇ ਨਾਲ ਡਾਇਲੋਗ ਰਚਾਉਣਾ ਸੀਗਾ ਤਾਂ ਉਹਨਾਂ ਨੇ 1 ਮਹੀਨਾ ਪਹਿਲੇ ਆਸਰੋਂ ਪਿੰਡ ਦੀ ਪਹਾੜੀ ਤੇ ਇੱਕ ਬਣਾ ਕੇ ਉਹਨਾਂ ਨੇ ਚੌਂਕੀ, ਉੱਥੇ ਤੋਪਾਂ ਬੀੜੀਆਂ ਕਿ ਜੇ ਸੋਚ ਦਾ ਪ੍ਰਗਟਾਵਾ ਕਰਨਾ ਤਾਂ ਉਹਦੇ ਮਗਰ ਪਾਵਰ ਵੀ ਚਾਹੀਦੀ ਆ, ਤੁਹਾਡੇ ਕੋਲ ਥਾਟ ਪ੍ਰੋਸੈਸ ਵੀ ਚਾਹੀਦਾ। ਉਸ ਥਾਟ ਪ੍ਰੋਸੈਸ ਨੂੰ ਅੱਗੇ ਲਿਜਾਂਦੇ ਹੋਏ ਉਹਨਾਂ ਨੇ ਉੱਥੇ ਨਿਸ਼ਾਨ ਸਾਹਿਬ ਲਾਇਆ, ਜਿਹੜਾ ਕਿ ਉਹਦਾ ਬਣਿਆ ਹੋਇਆ ਸੀਗਾ ਅਸ਼ਟ ਧਾਤੂ ਦਾ, ਜਿਹੜੇ 8 ਐਲੀਮੈਂਟਸ ਹੁੰਦੇ ਜਿਹੜੇ ਕਦੀ ਵੀ ਜਾ ਕੇ ਉਹਨਾਂ ਨੂੰ ਕਦੀ ਡਿਸਟਰੋਏ ਨਹੀਂ ਹੁੰਦੇ, ਦੇ ਆਰ ਫॉर ਐਵਰ। ਉਸ ਚੀਜ਼ ਦਾ ਉਹਨਾਂ ਨੇ ਨਿਸ਼ਾਨ ਸਾਹਿਬ ਲਾਇਆ। ਤਕੋਨਾ ਨਿਸ਼ਾਨ ਸਾਹਿਬ ਹੈਗਾ, ਅੱਜ ਵੀ ਮੌਜੂਦ ਆ ਉਹ, ਭਾਵੇਂ ਉਹ ਐਕਚੁਅਲ ਜਗ੍ਹਾ ਤੇ ਹੁਣ ਹੈ ਨਹੀਂਗਾ, ਉੱਥੋਂ ਪਿੱਛੇ ਹਟਾ ਦਿੱਤਾ ਗਿਆ ਸੀ 2008 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ, ਬਿਕੋਜ਼ ਦੇ ਗੇਵ ਦੈਟ ਲੈਂਡ ਟੂ ਸਮ ਇੰਡਸਟਰੀਅਲ ਫਰਮ। ਉੱਥੇ ਉੱਤੇ ਝੰਡੇ ਤੇ ਲਿਖਿਆ ਹੋਇਆ ਕਿ ਇੱਕ ਪਾਸੇ ਲਿਖਿਆ ਹੋਇਆ ਅਕਾਲ ਸਹਾਇ ਸਰਕਾਰੇ ਖਾਲਸਾ, ਇੱਕ ਪਾਸੇ ਪੰਜਾਬੀ 'ਚ, ਦੂਜੇ ਪਾਸੇ ਫਾਰਸੀ 'ਚ, ਕਿਉਂਕਿ ਫਾਰਸੀ ਉਹਨਾਂ ਦੀ ਸਰਕਾਰੇ ਖਾਲਸਾ ਦੀ ਆਫੀਸ਼ੀਅਲ ਲੈਂਗੁਏਜ ਸੀ। ਅੱਜ ਵੀ ਸਰਕਾਰੇ ਖਾਲਸਾ ਦੇ ਨਾਂ ਤੇ ਕਸ਼ਮੀਰ ਵਿੱਚ ਬਹੁਤ ਵੱਡੇ ਪੱਧਰ ਤੇ ਲੈਂਡ ਸਰਕਾਰੇ ਖਾਲਸਾ ਦੇ ਨਾਂ ਨਾਲ ਬੋਲਦੀ ਹੈ। ਬਹੁਤ ਵੱਡਾ ਲੈਂਡ ਦਾ ਹਿੱਸਾ ਪਾਕਿਸਤਾਨ ਦੇ ਵਿੱਚ ਸਰਕਾਰੇ ਖਾਲਸਾ ਦੇ ਨਾਂ ਤੇ ਬੋਲਦਾ। ਇਹ ਨੌਜਵਾਨੀ ਨੂੰ ਪੜ੍ਹ ਲੈਣਾ ਚਾਹੀਦਾ ਆਸਰੋ ਪਿੰਡ ਜਾ ਕੇ। ये निशानी है किसी पंजाब के जिगतार की, वतन पे लुटे हुए रणजीत सिंह सरदार की। रणजीत सिंह की सी एक सोच सी जिन्हें उस टाइम ते वंडे हुए समाज नूं दुआरा बुनिया ते अपनी हकूमत लोकां दी दुआरा कई। उस हकूमत बारे अज पाकिस्तान पंजाब विच भी विचार हो रहा कि साडे में इन्हां ने 47 च लुटिया, किवें साडा जिहड़ा ओह सिख राज नहीं सी, ओह पंजाबी राज सी, ਸਾਡੇ ਲੋਕਾਂ ਦਾ ਰਾਜ ਸੀ, ਸਾਡੀ ਇੱਕ ਬੋਲੀ ਸੀ। ਜਦੋਂ ਅੰਗਰੇਜ਼ ਹਕੂਮਤ ਆਈ, ਪਹਿਲਾ ਕੰਮ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਨਿਸ਼ਾਨ ਭੰਨੇ, ਇਹਨਾਂ ਨੇ ਚੌਂਕੀ ਤਾਂ ਢਾਤੀ, ਪਰ ਇਹਨਾਂ ਨੂੰ ਅਹਿਮੀਅਤ ਨਹੀਂ ਸੀ ਪਤਾ ਕਿ ਇਸ ਨਿਸ਼ਾਨ ਸਾਹਿਬ ਦੀ ਕੀ ਅਹਿਮੀਅਤ ਆ। ਇਹਦੇ ਉੱਤੇ ਲਿਖੇ ਹੋਏ ਜਿਹੜੇ ਹੈਗੇ ਆ, ਜਿਹੜੇ ਰਣਜੀਤ ਸਿੰਘ ਸਰਦਾਰ ਦੀ ਵਿਆਖਿਆ ਕਰਦੇ ਨੇ, ਉਹ ਅੱਖਰ ਨਹੀਂ ਇਹ ਮਿਟਾ ਸਕਦੇ। ਫਿਰ ਇਹਨਾਂ ਨੇ ਇਹ ਨੌਜਵਾਨ ਨੂੰ ਆ ਵੀ ਸਮਝਣਾ ਚਾਹੀਦਾ ਕਿ ਪਹਿਲਾ ਸਟੈਪ 1849 ਅੰਗਰੇਜ਼ ਸਰਕਾਰ ਨੇ ਕੀ ਕੀਤਾ। ਉਹਨਾਂ ਨੇ ਜਿਹੜੇ ਪੰਜਾਬੀ ਕਾਇਦੇ ਸੀ, ਉਦੋਂ ਇੱਕ ਜ਼ਬਾਨ ਹੁੰਦੀ ਸੀ ਪੰਜਾਬੀ ਜਾਂ ਹੁੰਦੀ ਸੀ ਫਾਰਸੀ। ਇਹਨਾਂ ਨੇ ਪਹਿਲੇ ਮੁਸਲਮਾਨਾਂ ਨੂੰ ਕਿਹਾ ਵੀ ਤੁਹਾਡੀ ਜ਼ਬਾਨ ਉਰਦੂ ਆ। ਜਿਵੇਂ ਹੁਣ ਹਿੰਦੂ ਰਾਸ਼ਟਰ 'ਚ ਰੌਲਾ ਪੈ ਰਿਹਾ ਕਿ ਹਿੰਦੂ ਰਾਸ਼ਟਰ, ਵੀ ਇੱਕ ਲੈਂਗੁਏਜ, ਇੱਕ ਰਾਸ਼ਟਰ, ਤੇ ਇਹੀ ਸਿਰਜਿਆ ਜਾਵੇ। ਇਹ ਜਿਹੜਾ ਸਮਾਜ ਉਹਨਾਂ ਨੇ ਇਕੱਠਾ ਕਰਨਾ ਚਾਹਿਆ ਸੀ ਸਰਦਾਰ ਰਣਜੀਤ ਸਿੰਘ ਨੇ, ਇਹ ਹੁਣ ਇਹ ਵੰਡਣਾ ਚਾਹੁੰਦੇ ਨੇ। ਇੱਥੇ ਆ ਕੇ ਹਿਊਮਨ ਸਟੇਟ ਆਫ ਮਾਈਂਡ ਨੌਜਵਾਨੀ ਦਾ ਸੈਗਰੀਗੇਟ ਹੋ ਜਾਣਾ ਸੁਭਾਵਿਕ ਆ। ਉਹਨਾਂ ਨੇ ਇਸ ਥਾਟ ਪ੍ਰੋਸੈਸ ਨੂੰ, ਅੰਗਰੇਜ਼ ਕਿਉਂਕਿ ਅੱਗੇ ਦੀ ਸੋਚਦੇ ਸੀ, ਦੂਰ ਦ੍ਰਿਸ਼ਟੀ ਰੱਖਦੇ ਸੀ, ਉਹਨਾਂ ਨੇ ਜਿਹੜੇ ਪੰਜਾਬੀ ਕਾਇਦੇ ਸੀ, ਜਦੋਂ ਸਮਾਜ ਵੰਡਿਆ, ਉਹਨਾਂ ਨੇ ਕਿ ਤੁਹਾਡਾ ਧਰਮ ਦੇ ਮੁਤਾਬਕ ਤੁਸੀਂ ਆਪਣੀ ਭਾਸ਼ਾ ਬੋਲਣੀ ਆ। ਉਹਨਾਂ ਨੇ ਕਾਇਦੇ 4 ਆਨੇ 'ਚ ਖਰੀਦੇ, ਜਿਹੜੀ ਬੰਦੂਕਾਂ ਵਾਪਸ ਲਈਆਂ ਸੀ ਉਹ 2 ਆਨੇ 'ਚ ਲਈਆਂ। ਉਹ ਇੱਕ ਅਹਿਮੀਅਤ ਆ। ਉਸ ਬਾਰੇ ਅਫਜ਼ਲ ਸਾਹਿਬ ਬਹੁਤ ਨਾਮੀ ਪੋਇਟ ਨੇ ਪੰਜਾਬ ਦੇ, ਉਹ ਲਿਖਦੇ ਨੇ ਕਿ ਸੱਜਾ ਹੱਥ ਵਿਖਾ ਕੋ ਸਾਨੂੰ ਮਾਰੀ ਸੂ ਖੱਬਲ, ਅਸਾਂ ਜੰਨਤ ਵੱਲ ਨੂੰ ਨੱਠ ਪਏ ਤੋ ਦੋਜ਼ਖ ਲੱਭੀ। ਕਿ ਸਾਨੂੰ ਇਹਨਾਂ ਨੇ ਕੀ ਫੜਾਤਾ? ਸਾਡਾ ਸਮਾਜ ਵੰਡਤਾ, ਸਾਡਾ ਹਰਿਆ ਭਰਿਆ ਪੰਜਾਬ ਵੰਡਿਆ ਗਿਆ।
ਕਿਉਂ ਵੰਡਿਆ ਗਿਆ? ਬਿਕੋਜ਼ ਆਫ ਦਾ ਸੈਗਰੀਗੇਟਡ ਸੈਕਟੇਰੀਅਨ ਥਾਟਸ ਆਫ ਦੀ ਸਿੱਖ ਲੀਡਰਸ਼ਿਪ, ਮੁਸਲਿਮ ਲੀਗ ਐਂਡ ਅਦਰ ਇੰਡੀਅਨ ਨੈਸ਼ਨਲ ਕਾਂਗਰਸ। ਇਹ ਬਰਾਬਰ ਦੇ ਜ਼ਿੰਮੇਵਾਰ ਆ। ਸਿੱਖ ਕੌਮ ਦੇ ਲੀਡਰਸ ਨੂੰ ਮੈਂ ਜ਼ਿਆਦਾ ਜ਼ਿੰਮੇਵਾਰ ਸਮਝਦਾ ਕਿ ਸਾਡੀ ਬਹੁਤ ਵੱਡੀ ਵਿਰਾਸਤ ਜਿਹਦਾ ਕਿ ਨਿਸ਼ਾਨ ਅੱਜ ਆਸਰੋਂ 'ਚ ਵੀ ਖੜਾ। ਰਣਜੀਤ ਸਿੰਘ ਜੀ, ਠੀਕ ਹੈ, ਆਪਣੇ ਇਤਿਹਾਸ ਦੇ ਬਹੁਤ ਜ਼ਖਮ ਹੈਗੇ ਆ ਪੰਜਾਬ ਦੇ ਉੱਤੇ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਕਿ ਉਹਨਾਂ ਨੂੰ ਇਸ ਵਾਰੀ ਯਾਦ ਆਈ ਇਹ ਚੀਜ਼, ਉਹਨਾਂ ਨੇ ਓਪਨਲੀ ਕਹੀ ਹੈ ਕਿ ਜਿਵੇਂ ਵੰਡ ਹੋਈ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਪੰਜਾਬੀਆਂ ਨੂੰ ਸਹਿਣਾ ਪਿਆ। ਹੋਰ ਵੀ ਬਹੁਤ ਤਰ੍ਹਾਂ ਦੀਆਂ ਇਤਿਹਾਸ ਦੀਆਂ ਗਲਤੀਆਂ ਵੀ ਹੋ ਸਕਦੀਆਂ ਨੇ, ਪਰ ਅਗਰ ਆਪਾਂ ਅੱਜ ਦੇ ਸਮੇਂ 'ਚ ਉਸੇ ਨੌਜਵਾਨੀ ਸੋਚ ਦੇ ਵਿੱਚੋਂ ਦੇਖੀਏ ਤਾਂ ਅੱਜ ਭਾਰਤ ਇੱਕ ਦੇਸ਼ ਹੈ, ਕਾਫੀ ਪਾਸਿਆਂ ਤੋਂ ਤਰੱਕੀ ਵੀ ਕੀਤੀ ਹੋਈ ਹੈ, ਕਈ ਪੁਆਇੰਟਸ ਤੋਂ ਲੈਕਿੰਗ ਵੀ ਹੈ। ਸੋ ਇੱਕ ਸਵਾਲ ਨੇਸ਼ਨਹੁੱਡ ਦਾ ਆਉਂਦਾ ਹੈ, ਇੱਕ ਸਵਾਲ ਆਉਂਦਾ ਅਨੇਕਤਾ ਦੇ ਵਿੱਚ ਏਕਤਾ ਦਾ। ਅਲੱਗ-ਅਲੱਗ ਜਿਹੜੇ ਕਲਚਰ ਨੇ, ਅਲੱਗ-ਅਲੱਗ ਸੂਬੇ ਨੇ, ਉਹਨਾਂ ਦੀ ਅਨੇਕਤਾ ਦੇ ਵਿੱਚੋਂ ਏਕਤਾ ਲੱਭਣ ਦੇ ਲਈ 15 ਅਗਸਤ ਆਜ਼ਾਦੀ ਦਿਹਾੜਾ ਇੱਕ ਉਹ ਹੁੰਦਾ ਜਦੋਂ ਪੁਰਾਣੇ ਸਮੇਂ ਤੋਂ ਹੀ, ਬਚਪਨ ਤੋਂ ਹੀ ਸਕੂਲ ਦੇ ਵਿੱਚ ਪਰਫਾਰਮੈਂਸਿਸ ਕਰਦੀ ਹੈ ਨੌਜਵਾਨੀ, ਫਿਰ ਘਰ ਤੋਂ ਟੈਲੀਕਾਸਟ ਦੇਖਦੇ ਨੇ ਜੋ 15 ਅਗਸਤ ਦੀ ਪਰੇਡ ਹੁੰਦੀ ਹੈ। ਸੋ ਇਸ ਸਮੇਂ ਦੇ ਵਿੱਚ ਇਹ ਜਿਹੜੀ ਪ੍ਰੋਪਰ ਇਹ ਝੰਡੇ ਦੀ ਪ੍ਰੋਪਾਗੈਂਡਾ ਆ, ਇਹਦੇ ਅਰਾਊਂਡ ਜਿਹੜੀ ਇੱਕ ਸਿਆਸੀ ਰਣਨੀਤੀ ਬਣਾ ਕੇ ਕੁਝ ਕੁ ਮੁਫਾਦ ਕਿਸੇ ਦੇ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਆਪਣੀ ਨੌਜਵਾਨੀ ਨੂੰ ਇੱਕ ਉਹਨਾਂ ਦੇ ਭਵਿੱਖ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਹੈ? ਚਲੋ, ਇਹ ਜਿਹੜੀ ਸਿੰਬਲਿਜ਼ਮ ਦੇ ਵਿੱਚ ਇਹ ਸਮਾਜ ਨੂੰ ਵੰਡਣਾ ਚਾਹੁੰਦੇ ਨੇ, ਉਹਦੇ ਬਾਰੇ ਕਾਸਮ ਨਿਆਜ਼ੀ ਇੱਕ ਬੜੇ ਨਾਮੀ ਪੋਇਟ ਹੋਏ, ਉਹਨਾਂ ਨੇ ਲਿਖਿਆ ਕਿ ਇਸ ਵੇਲੇ ਆਪਣੇ ਅੱਗੇ ਕੀ ਸਵਾਲ ਹੈ। झुकने ना पाए कभी, झुकने ना पाए कभी, अमन ओ अमां का परचम, पीस का परचम कभी झुकना नहीं चाहिए। उठो नफरत कीजिए दीवार, उठो नफरत कीजिए दीवार, गिरा दी जाए। ये जिहड़ी वंड दी रीति चल रही है, सिंबलिज्म दी पॉलिटिक्स इत्थे एक तरह ना बहुत पावरफुल नैरेटिव ना बुनी जा रही है। मैं ये नहीं कहता कि तरक्की हुई, पर मैं कहना कि जिहड़े बेसिक पिलर सी ਉਹਨਾਂ ਦੇ ਵਿੱਚ ਸੋਸ਼ਲ ਜਸਟਿਸ, ਸੋਸ਼ਲ ਡੈਮੋਕ੍ਰੇਸੀ, ਉਹ ਬੜੀ ਪ੍ਰਕੇਰੀਅਸ ਕੰਡੀਸ਼ਨ 'ਚ। ਸਿਵਲ ਸੁਸਾਇਟੀ ਨੂੰ ਬਹੁਤ ਤਰਜੀਹ ਦਿੱਤੀ ਗਈ ਸੀ ਇੰਡੀਅਨ ਨੈਸ਼ਨਲਿਜ਼ਮ ਦੇ ਵਿੱਚ ਕਿ ਸਿਵਲ ਸੁਸਾਇਟੀ ਦੇ ਰਾਹੀਂ ਹੀ ਸਮਾਜ ਸਿਰਜਿਆ ਜਾ ਸਕਦਾ, ਇਹਦੀ ਬੁਨਿਆਦ ਨੂੰ ਪੱਕਿਆ ਕੀਤਾ ਜਾ ਸਕਦਾ। ਮੈਂ ਤੁਹਾਨੂੰ ਇੱਕ ਲਿਖ ਕੇ ਵਰਡਸ ਵੀ ਭੇਜੇ ਸੀ ਕਿ ਜਿਹੜੀਆਂ ਨੀਆਂ ਹੁੰਦੀਆਂ ਨਾ, ਜਿਹੜੀਆਂ ਫਾਊਂਡੇਸ਼ਨਸ ਹੁੰਦੀਆਂ ਨੇ, ਉਹ ਕਦੀ ਦਿਖਦੀਆਂ ਨਹੀਂ ਹੁੰਦੀਆਂ। ਦਿਖਦਾ ਉਹਦੇ ਉੱਤੇ ਪ੍ਰਗਟਾਵਾ ਹੁੰਦਾ। ਜਿੱਦਾਂ ਦੀ ਮਜ਼ਬੂਤ ਫਾਊਂਡੇਸ਼ਨਸ ਹੋਣਗੀਆਂ, ਉਨਾ ਹੀ ਜਿਹੜਾ ਫਰੇਮ ਆ, ਜਿਹੜਾ ਅੱਪਰਲਾ ਸਟਰਕਚਰ ਆ, ਉਹ ਉਨਾ ਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੰਭਾਲ ਸਕੂਗਾ। ਪਰ ਹੋਇਆ ਕੀ ਸਾਡੇ ਪੰਜਾਬ ਨਾਲ? ਹਮ ਖੂਨ ਕੀ ਕਿਸ਼ਤੋਂ ਤੋਂ ਕਈ ਦੇ ਚੁੱਕੇ, ਲੇਕਿਨ ਹਮ ਖੂਨ ਕੀ ਕਿਸ਼ਤਾਂ ਤਾਂ ਬਹੁਤ ਦੇ ਚੁੱਕੇ। ਇਹ ਖਾਕੇ ਵਤਨ ਕਰਜ਼ਾ ਅਦਾ ਕਿਉਂ ਨਹੀਂ ਹੋਤਾ? ਇਹ ਵਲੀ ਆਸੀ ਨੇ ਲਿਖਿਆ ਸੀ 1947 ਕਿ ਸਾਡੀ ਸੁਣੀ ਕਿਉਂ ਨਹੀਂ ਜਾ ਰਹੀ। ਇਹਨਾਂ ਨੇ ਇਸ ਤਰ੍ਹਾਂ ਦੀ ਸਿਆਸਤ ਜਿਹੜੀ ਅੰਗਰੇਜ਼ ਸਾਮਰਾਜ ਨੇ ਚਲਾਈ ਸੀ, ਸੇਮ ਕਾਈਂਡ ਆਫ ਪੋਲਿਟਿਕਸ ਇਜ਼ ਰਨਿੰਗ ਯੂਨੀਅਨ ਆਫ ਸਟੇਟਸ ਇਨ ਇੰਡੀਆ। ਕਿ ਇੱਥੇ ਪਰਸਨੈਲਿਟੀ ਕਲਟਸ ਆ ਗਿਆ, ਜਿਹਦੇ ਬਾਰੇ ਡਾਕਟਰ ਅੰਬੇਦਕਰ ਨੇ ਕਿਹਾ ਸੀ ਕਿ ਪੋਲਿਟਿਕਸ ਉਹੀ ਡੈਮੋਕ੍ਰੇਸੀ ਸਰਵਾਈਵ ਕਰ ਸਕੂਗੀ ਜਿਹਦੇ ਵਿੱਚ ਕਲਟ ਪੋਲਿਟਿਕਸ ਨਾ ਆਵੇ। ਇੱਥੇ ਵਨ ਮੈਨ ਸ਼ੋਜ਼ ਆ ਚੁੱਕੇ ਨੇ, ਚਾਹੇ ਉਹ ਪੰਜਾਬ ਵਿੱਚ ਜਿਹੜੇ ਗਵਰਨਮੈਂਟ ISC ਆ ਭਗਵੰਤ ਮਾਨ ਦੀ, ਉਹਨਾਂ ਨੂੰ ਲੱਗਿਆ ਕਿ ਹੁਣ ਪੰਜਾਬ ਦਾ ਪਾਣੀ ਘਟ ਗਿਆ, ਇਹਦੇ ਕਿਨਾਰਿਆਂ ਤੇ ਹੁਣ ਲਿਆ ਕੇ ਦਿੱਲੀ ਤੋਂ ਘਰ ਬਣਾ ਦਈਏ। ਇਹ ਮਤ ਭੁੱਲੋ, ਪੰਜਾਬ ਦੇ ਸਮੁੰਦਰ ਹਜੇ ਇੰਨੇ ਥੱਲੇ ਨਹੀਂ ਗਏ ਕਿ ਮੁੜ ਉੱਭਰ ਨਾ ਸਕਣ। ਇਸ ਲਈ ਇੱਦਾਂ ਦੇ ਨੈਰੇਟਿਵ ਦੇ ਵਿੱਚ ਅੱਜ ਇੱਕ ਪੋਸਟ ਗ੍ਰੈਜੂਏਟ ਸਟੂਡੈਂਟ ਕੱਲ੍ਹ ਤੋਂ ਫਾਸਟ ਐਂਡ ਟੂ ਡੈਥ ਤੇ ਬੈਠਾ ਬਵਨਪ੍ਰੀਤ ਸਿੰਘ ਇਨ PAU, ਜਿਹੜੀ ਕਿ ਮੋਸਟ ਪ੍ਰੈਸਟੀਜੀਅਸ ਯੂਨੀਵਰਸਿਟੀ ਆ, ਵਰਲਡ ਵਾਈਡ ਨੋਨ ਆ। ਉਹਦਾ ਬਹੁਤ ਯੋਗਦਾਨ ਆ ਗ੍ਰੀਨ ਰੈਵੋਲੂਸ਼ਨ ਦੇ ਵਿੱਚ। ਅੱਜ ਇਟ ਇਜ਼ ਬਰੈਫਟ ਆਫ ਵਾਈਸ ਚਾਂਸਲਰ ਐਂਡ ਈਵਨ ਡਾਇਰੈਕਟਰ ਰਿਸਰਚ। ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਹੈ ਨਹੀਂ, ਤੇ ਐਡੇ ਹੋਣਹਾਰ ਬੱਚਿਆਂ ਨੂੰ ਮਰਨ ਵਰਤ ਤੇ ਬੈਠਣਾ ਪੈ ਰਿਹਾ। ਤੇ ਉਹ 2 ਦਿਨ ਤੋਂ ਬੈਠਾ ਹੋਇਆ, ਕੰਟੀਨਿਊ ਕਰ ਰਿਹਾ ਹੈਗਾ। ਮੈਂ ਅਪੀਲ ਕਰਦਾ ਭਗਵੰਤ ਮਾਨ ਚੀਫ ਮਿਨਿਸਟਰ ਪੰਜਾਬ ਨੂੰ ਕਿ ਜਦੋਂ 15 ਅਗਸਤ ਨੂੰ ਲੁਧਿਆਣੇ ਆਉਣ ਤੇ PAU 'ਚ ਉਹਨਾਂ ਦਾ ਹੈਲੀਕਾਪਟਰ ਉਤਰੇ ਤਾਂ ਸਭ ਨਾਲੋਂ ਪਹਿਲੇ ਉਹਨਾਂ ਨੂੰ ਉੱਥੇ ਬਵਨਪ੍ਰੀਤ ਕੋਲ ਜਾਣਾ ਚਾਹੀਦਾ। ਸਾਡੇ ਬੱਚਿਆਂ ਨੂੰ ਐਸ਼ੋਰੈਂਸ ਦਿਓ ਕਿ ਉਹਨਾਂ ਨੂੰ ਫਾਸਟ ਐਂਡ ਟੂ ਡੈਥ ਤੇ ਬੈਠਣ ਦੀ ਲੋੜ ਨਹੀਂ। ਜੇ ਤੁਸੀਂ ਕਹਿੰਦੇ ਕਿ ਪੁਰਾਣੀਆਂ ਸਰਕਾਰਾਂ ਇੱਥੇ ਸਟੇਟ ਨੂੰ ਇੱਕ ਬੈਂਕਰਪਟ ਛੱਡ ਗਈਆਂ, ਤਾਂ ਤੁਸੀਂ ਆਪਣੇ ਬੱਚਿਆਂ ਦੀ ਤਾਂ ਬੈਂਕਰਪਸੀ ਨਾ ਕਰੋ, ਇਹ ਤਾਂ ਸਾਂਭ ਲਓ। ਇਹ ਹੈਗਾ ਵੀ
ਕਈ ਵਾਰੀ ਇਹ ਹੁੰਦਾ ਨਾ ਜਿਹੜੇ ਇਹਨੇ ਰੱਖਿਆ ਫਾਸਟ ਐਂਡ ਟੂ ਡੈਥ, ਇਹ ਇੱਕ ਸੰਕੇਤ ਆ। ਇਹ ਸੰਕੇਤ ਸ਼੍ਰੋਮਣੀ ਅਕਾਲੀ ਦਲ ਦੀ ਆ, ਜਿਹੜੀ ਕਿ ਕਿਸੇ ਟਾਈਮ ਤੇ ਪ੍ਰੋਮੀਨੈਂਟ ਜਮਾਤ ਹੁੰਦੀ ਸੀ, ਸਿੱਖ ਕੌਮ ਦੀ ਤਾਂ ਸੀਗੀ, ਪੰਜਾਬ ਦੀ ਵੀ ਇੱਕ ਸਟਰੋਂਗ ਰੀਜਨਲ ਪੋਲੀਟੀਕਲ ਪਾਰਟੀ ਸੀ, ਜਿਹੜਾ ਲੋਕੀ ਸਮਝਦੇ ਸੀ ਕਿ ਦੇ ਵਿਲ ਪ੍ਰੋਟੈਕਟ ਦਾ ਸਟੇਟ ਰਾਈਟਸ ਮੋਰ ਫੋਰਸਫੁਲੀ ਦੈਨ ਐਨੀ ਅਦਰ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ। ਸ਼੍ਰੋਮਣੀ ਅਕਾਲੀ ਦਲ ਨੂੰ ਦੇਖਣਾ ਚਾਹੀਦਾ ਕਿ ਜਿਹੜੀ ਪਿਛਲੇ ਦਹਾਕਿਆਂ ਦੀਆਂ ਸਰਕਾਰਾਂ ਉਹ ਛੱਡ ਕੇ ਆਏ, ਉਸ ਨੇ ਇੱਕ ਪੰਜਾਬ ਦੇ ਹੋਣਹਾਰ ਪਵਨਪ੍ਰੀਤ ਵਰਗੇ ਸਟੂਡੈਂਟ ਨੂੰ, ਪੋਸਟ ਗ੍ਰੈਜੂਏਟ ਸਟੂਡੈਂਟਸ ਨੂੰ, ਇੱਥੋਂ ਦੇ ਸਟੂਡੈਂਟਸ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਆ, ਉਹਨੂੰ ਆਪਣਾ ਫਾਸਟ ਐਂਡ ਟੂ ਡੈਥ ਰੱਖਣਾ ਪੈਣਾ। ਮਰਨ ਵਰਤ ਤੇ ਬੈਠੀ ਆ ਸਾਡੀ ਨੌਜਵਾਨੀ। ਤੁਸੀਂ ਮੈਨੂੰ ਮਨਵੀਰ ਪੁੱਛਦੇ ਆ ਕਿ ਨੌਜਵਾਨੀ ਜਾ ਕਿੱਧਰ ਰਹੀ ਆ? ਉਹ ਵਿਚਾਰੇ ਐਮਪਟੀਨੈਸ ਦੇ ਵਿੱਚੋਂ ਐਜੀਟੇਟਡ ਮਾਈਂਡ ਨਾਲ ਆਪਣਾ ਸੈਟਅਪ ਰੱਖ ਰਹੇ ਆ। ਇੱਥੇ ਕਾਮਨੈਸ ਜਿਹੜੀ ਹੈਗੀ ਆ ਉਸ ਇਹਨਾਂ ਚੰਗਿਆਰਿਆਂ ਅੱਗੇ ਬੁਝ ਰਹੀ ਆ। ਰਣਜੀਤ ਸਿੰਘ ਜੀ, ਫਿਰ ਸਵਾਲ ਇਹ ਵੀ ਆਉਂਦਾ ਹੈ ਕਿ ਇੱਦਾਂ ਦੇ ਜਦੋਂ ਨੈਸ਼ਨਲਿਜ਼ਮ ਸਾਡੇ ਰਾਸ਼ਟਰਵਾਦ ਨੂੰ ਲੈ ਕੇ, ਹਾਲਾਂਕਿ ਰਾਸ਼ਟਰਵਾਦ ਦੀ ਅਗਰ ਮੈਂ ਹੁਣ ਗੱਲ ਕਰਾਂਗੀ ਤਾਂ ਮੈਨੂੰ ਪਹਿਲਾਂ ਹੀ ਕਈ ਕਮੈਂਟ ਆਉਂਦੇ ਆ ਕਿ ਮੈਂ ਰਾਸ਼ਟਰਵਾਦ ਦੀ ਭੇਡ ਤੱਕ ਕਿਹਾ ਕਹਿ ਕੇ ਬੁਲਾਇਆ ਜਾ ਰਿਹਾ, ਪਰ ਜਦੋਂ ਇੱਕ ਜੀਓ ਪੋਲਿਟਿਕਸ ਨੂੰ ਆਪਾਂ ਦੇਖਦੇ ਹਾਂ ਆਲ ਅਰਾਊਂਡ ਦ ਵਰਲਡ, ਫਿਰ ਐਵੇਂ ਲੱਗਦਾ ਹੈ ਕਿ ਇੱਕ ਦੇਸ਼ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਇੱਕ ਦੇਸ਼ ਆਪਣੇ ਕੋਲ, ਭਾਰਤ ਦੇਸ਼ ਹੈ, ਉਹਨੂੰ ਆਜ਼ਾਦੀ ਤੇ ਹੀ ਆਪਾਂ ਇੱਕ ਤਰ੍ਹਾਂ ਦੇ ਨਾਲ ਇੱਕ ਤਿਰੰਗਾ ਝੰਡਾ ਹੀ ਆ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਕਰਦਾ ਆ। ਤਾਂ ਫਿਰ ਇਸ ਨੈਰੇਟਿਵ ਦੇ ਵਿੱਚੋਂ, ਇਸ ਝੰਡੇ ਦੇ ਪ੍ਰੋਪਾਗੈਂਡਾ ਦੇ ਵਿੱਚੋਂ ਵੀ ਜਿਹੜੀ ਉਲਝਣਬਾਜ਼ੀ ਹੈ ਉਹਦੇ ਚ ਨੌਜਵਾਨੀ ਕਰੇ ਕੀ? ਰਾਸ਼ਟਰਵਾਦ ਦੀ ਗੱਲ ਨਾ ਕਰੇ, ਦੇਸ਼ ਦੀ ਗੱਲ ਨਾ ਕਰੇ, ਐਵੇਂ ਕਿਵੇਂ ਹੋ ਸਕਦਾ? ਉਸ ਅਨੇਕਤਾ ਦੀ ਏਕਤਾ ਤੋਂ, ਅਨੇਕਤਾ ਦੇ ਵਿੱਚੋਂ ਜਿਹੜੀ ਅਸੀਂ ਏਕਤਾ ਲੱਭਦੇ, ਕਨਸੈਪਟ ਸਾਨੂੰ ਪੜਾਇਆ ਗਿਆ ਕਿਉਂਕਿ ਅਸੀਂ ਇਸ ਦੇਸ਼ ਤੋਂ ਪੜ੍ਹੇ ਹਾਂ, ਇੱਥੋਂ ਅਸੀਂ ਪਲੇ ਆ, ਇੱਥੇ ਬੌਟ ਅਪ ਹੋਏ ਆ, ਅਸੀਂ ਸਾਰਾ ਕੁਝ ਇੱਥੋਂ ਸਿੱਖਿਆ ਆ। ਸੋ ਫਿਰ ਇਹ ਉਲਝਣਬਾਜ਼ੀ ਚ ਨੌਜਵਾਨੀ ਕਰੇ ਕੀ? ਮੇਰਾ ਖਿਆਲ ਨੌਜਵਾਨੀ ਨੂੰ ਨਾ ਇੱਕ ਲਾਈਨ ਯਾਦ ਰੱਖਣੀ ਚਾਹੀਦੀ ਹੈ, ਆਈ ਹੈਵ ਅ ਡ੍ਰੀਮ। ਇਹ ਜਦੋਂ ਮਾਰਟਨ ਲੂਥਰ ਕਿੰਗ ਨੇ 1968 ਦੇ ਵਿੱਚ, ਇਹ ਜਦੋਂ ਉਹਨੇ ਜਾ ਕੇ ਲਿੰਕਨ ਮੈਮੋਰੀਅਲ ਤੋਂ ਇਹ ਸਪੀਚ ਦਿੱਤੀ ਸੀ, ਉਦੋਂ ਬਲੈਕਸ ਤੇ ਸਿਵਲ ਰਾਈਟਸ ਦਾ ਬਹੁਤ ਰੌਲਾ ਚੱਲਿਆ। 64 ਦੀ ਸਪੀਚ ਹੈ ਮੇਰੇ, ਤਾਂ ਉਹਨੇ ਜਿਹੜੀ ਹੈ ਨਾ ਮਾਨਸਿਕਤਾ ਹਿਲਾਤੀ ਸੀ। ਅੱਜ ਸਾਨੂੰ ਵੀ ਇਹ ਸਮਝਣ ਦੀ ਲੋੜ ਆ ਕਿ ਡਾਕਟਰ ਅੰਬੇਦਕਰ ਕੀ ਕਹਿੰਦੇ ਸੀ ਕੰਸਟੀਟਿਊਐਂਟ ਅਸੈਂਬਲੀ 'ਚ। ਉਹਨਾਂ ਨੇ ਵੀ ਇਹੀ ਗੱਲਾਂ ਉਠਾਈਆਂ ਸੀ। ਉਹਨਾਂ ਦਾ ਵੀ ਡ੍ਰੀਮ ਸੀਗਾ ਕਿ ਜਿਹੜਾ ਭਾਰਤ ਜਿਹੜਾ ਉਹ ਸਿਰਜਣਾ ਚਾਹੁੰਦੇ ਨੇ ਐਜ਼ ਏ ਸਿਵਲਾਈਜ਼ਡ ਨੇਸ਼ਨ, ਵੀ ਉਹਦੇ ਵਿੱਚ ਕਿਤੇ ਕਲਟ ਪਰਸਨੈਲਿਟੀਜ਼ ਨਾ ਆ ਜਾਣ, ਕਿਤੇ ਨੌਜਵਾਨੀ ਜਿਹੜੀ ਆ ਕਿ ਜਿੱਥੋਂ ਡਾਕਟਰ ਅੰਬੇਦਕਰ ਆਏ ਸੀ ਉਹਨਾਂ ਨੂੰ ਇੱਕ ਸਿੰਬਲ ਮੰਨਿਆ ਜਾਂਦਾ ਕਿ ਹੀ ਇਜ਼ ਏ ਫਿਲਸੋਫੀਕਲ ਹੈਡ who is known for his freedom thoughts। ਜਿਵੇਂ ਐਡਮ ਸਮਿਥ ਨੂੰ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਰਿਹਾ, ਉਹਨੂੰ ਮੰਨਿਆ ਜਾਂਦਾ ਫਿਲਸੋਫੀਕਲ ਫੇਸ ਆਫ ਕੈਪੀਟਲਿਜ਼ਮ। ਇਹ ਲੋਕਾਂ ਦੇ ਨਾਲ ਇਸੇ ਤਰ੍ਹਾਂ ਮਾਰਟਨ ਲੂਥਰ ਕਿੰਗ ਨੂੰ ਜਾਣਿਆ ਜਾਂਦਾ ਆਈ ਹੈਵ ਅ ਡ੍ਰੀਮ। ਬਾਅਦ ਚ ਵਿਚਾਰਾ ਅਸੈਸੀਨੇਟ ਕਰ ਦਿੱਤਾ ਗਿਆ ਸੀਗਾ, ਪਰ ਦੈਟਸ ਅਨਦਰ ਸਟੋਰੀ। ਪਰ ਇਹ ਚੀਜ਼ਾਂ ਜ਼ਰੂਰ ਦਰਸਾਉਂਦੀਆਂ ਨੇ ਕਿ ਅੱਜ ਆਪਣੀ ਨੌਜਵਾਨੀ ਇਹ ਇੱਕ ਇੱਦਾਂ ਦੀਆਂ ਲਾਈਨਾਂ ਤੇ ਉਹਨਾਂ ਮਗਰ ਇੱਕ ਫੇਸ ਲੱਭ ਰਹੀ ਆ ਜਿਹੜਾ ਉਹਨਾਂ ਨੂੰ ਗਾਈਡ ਕਰ ਸਕੇ, ਉਹਨਾਂ ਦੀ ਐਮਪਟੀਨੈਸ ਨੂੰ ਫਿਲ ਕਰ ਸਕੇ। ਕਿਉਂਕਿ ਆਹ ਤੁਸੀਂ ਦੇਖੋ 75 ਸਾਲਾਂ ਬਾਅਦ ਇੱਕ ਦੋ ਸੰਗਠਨ ਨੇ, ਇੱਕ ਸੰਗਠਨ ਹੈਗਾ ਟਰਸਟ ਹੈਗਾ ਨਵ ਸਿਰਜਨ ਟਰਸਟ, ਇੱਕ ਹੈਗੀ ਆ ਦਲਿਤ ਸ਼ਕਤੀ। ਇਹ ਅਹਿਮਦਾਬਾਦ ਬੇਸਡ ਦੋ ਆਰਗੇਨਾਈਜੇਸ਼ਨਸ ਨੇ। ਇਹਨਾਂ ਨੇ ਜੂਨ 2020 ਵਿੱਚ ਇੱਕ ਉਪਰਾਲਾ ਸ਼ੁਰੂ ਕੀਤਾ ਸੀ ਕਿ ਜਿਹੜੀ ਨਵੀਂ ਇੰਡੀਅਨ ਪਾਰਲੀਮੈਂਟ ਬਣ ਰਹੀ ਆ, ਅਸੀਂ ਉਹਦੇ ਵਿੱਚ ਕੀ ਸਹਿਯੋਗ ਦੇਣਾ ਤੇ ਕੀ ਸੁਨੇਹਾ ਲੈ ਕੇ ਜਾਣਾ। ਉਹਨਾਂ ਨੇ ਹੁਣ ਇਹ ਉਪਰਾਲੇ ਦੇ ਰਾਹੀਂ ਜਦੋਂ ਉਹ ਉਪਰਾਲੇ ਨੂੰ ਪੂਰਾ ਕਰਨ ਲੱਗੇ, ਉਹ ਬੜਾ ਵੱਡਾ ਜਲੂਸ ਲੈ ਕੇ ਆ ਰਹੇ ਸੀ, ਅਹਿਮਦਾਬਾਦ ਤੋਂ ਸ਼ੁਰੂ ਹੋਇਆ ਸੀ। ਉਹਨਾਂ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਦ੍ਰੋਪਦੀ ਮੁਰਮੂ ਨੂੰ ਮਿਲਣਾ ਸੀਗਾ, ਉਹਨਾਂ ਅੱਗੇ ਮੈਮੋਰੈਂਡਮ ਪੇਸ਼ ਕਰਨਾ ਸੀ। ਉਹ ਕੀ ਲੈ ਕੇ ਆ ਰਹੇ ਸੀ? ਉਹ ਸਿੱਕੇ ਲੈ ਕੇ ਆ ਰਹੇ ਸੀ। ਉਹ ਤਾਂਬੇ ਦੇ ਸਿੱਕੇ ਸੀਗੇ ਕਿ ਤਾਂਬੇ ਦੇ ਸਿੱਕੇ ਸੀ। ਉਹ ਸਿੱਕਿਆਂ ਦੇ ਉੱਤੇ ਲਿਖਿਆ ਹੋਇਆ, ਇੱਕ ਪਾਸੇ ਮਹਾਤਮਾ ਬੁੱਧ ਦੀ ਫੋਟੋ ਹੈ, ਦੂਜੇ ਪਾਸੇ ਡਾਕਟਰ ਅੰਬੇਦਕਰ ਦੇ ਉਹ ਪੁੱਛਿਆ ਹੋਇਆ ਪ੍ਰਸ਼ਨ ਕਿ ਕੀ ਜਾਤ ਪਾਤ ਦਾ ਜਿਹੜਾ ਇੱਥੇ ਛੂਤ ਫੈਲਿਆ ਹੋਇਆ, ਕੀ ਉਹ ਕੋਡ ਕਦੀ ਖਤਮ 2047 ਨੂੰ ਖਤਮ ਹੋ ਜਾਊਗਾ? 2047 ਦੇ ਮਿਲੀਮੀਟਰ ਦੇ ਆਕਾਰ ਦੇ ਹੀ ਉਹ ਕੋਇਨਸ ਨੇ। ਲੋਕਾਂ ਨੇ ਆਪਣੇ ਭਾਂਡੇ ਵੇਚ ਕੇ, ਆਪਣੇ ਪੈਸੇ ਜੋੜ ਕੇ ਸਾਰਿਆਂ ਨੇ ਯੋਗਦਾਨ ਪਾਇਆ। ਇਟ ਬਿਕਮਸ 20 ਲੱਖ ਰੁਪੀਸ।
3 ਟਰੱਕ ਸਿੱਕਿਆਂ ਦੇ ਭਰੇ ਹੋਏ ਸੀ, ਜਿਨ੍ਹਾਂ ਨੂੰ ਕਿ ਜਦੋਂ ਰਾਜਸਥਾਨ ਬਾਰਡਰ ਤੋਂ ਹਰਿਆਣੇ 'ਚ ਐਂਟਰ ਕਰਨ ਲੱਗੇ ਤਾਂ ਉੱਥੇ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਡੱਕ ਲਿਆ ਤੇ ਉਹ ਜਲੂਸ ਨੂੰ ਖੰਡਾ ਦਿੱਤਾ ਕਿ ਉਹ ਚਾਹੁੰਦੇ ਸੀਗੇ ਕਿ ਅਸੀਂ ਪ੍ਰੈਜ਼ੀਡੈਂਟ ਨੂੰ ਮਿਲ ਕੇ ਕਹਿਣਾ ਕਿ ਸਾਡੇ ਵੱਲੋਂ ਯੋਗਦਾਨ ਆ ਜਿਹੜੀ ਇੰਡੀਅਨ ਪਾਰਲੀਮੈਂਟ ਬਣ ਰਹੀ ਆ ਵੀ ਉਹਦੇ ਵਿੱਚ ਇਹ ਰੱਖੋ, ਤਾਂ ਕਿ ਇਹ ਵੀ ਸਾਨੂੰ ਅਸ਼ੋਰ ਕਰੋ ਕਿ ਕੀ ਜੋ ਬਿਮਾਰੀ ਬਾਰੇ ਡਾਕਟਰ ਅੰਬੇਦਕਰ ਇੱਕ ਸਿੰਬਲ ਆਫ ਫਰੀडम ਕਹਿ ਰਹੇ ਸੀ ਕਿ ਇੱਥੇ ਇਕੁਐਲਿਟੀ ਆਵੇ, ਸਮਾਜ ਇੱਥੇ ਸੋਸ਼ਲ ਡੈਮੋਕ੍ਰੇਸੀ ਆਵੇ, ਇੱਥੇ ਸੋਸ਼ਲ ਜਸਟਿਸ ਆਵੇ, ਉਹ ਚੀਜ਼ ਦਾ ਪਰਛਾਵਾਂ ਮੈਂਬਰ ਪਾਰਲੀਮੈਂਟਸ ਤੇ ਰਹੇ, ਗਵਰਨਮੈਂਟ ਤੇ ਰਹੇ ਕਿ ਜਦੋਂ ਡਿਸਾਈਡ ਕਰੇ ਇਹ ਹੁੰਦਾ ਇੰਡੀਪੈਂਡੈਂਸ ਥਾਟ, ਜਿਹਨੂੰ ਮੈਂ ਕਹਿੰਦਾ ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ। ਰਣਜੀਤ ਸਿੰਘ ਜੀ, ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਨੇ ਤਾਂ ਉਸ ਸਮੇਂ ਪੰਜਾਬ ਦੇ ਵਿੱਚ ਇੱਕ ਪੂਰੇ ਦੇਸ਼ ਦੇ ਵਿਪਰੀਤ ਪ੍ਰੋਪਾਗੈਂਡਾ ਖੜਾ ਕਰਨ ਦੀ ਕੋਸ਼ਿਸ਼ ਕਿਉਂ ਪੈ ਜਾਂਦੀ ਹੈ? ਇਹ ਕਿਹੜੀ ਜ਼ਰੂਰਤ ਹੈ? ਕਿ ਇਹ ਜਿਹੜੀਆਂ ਪੋਲੀਟੀਕਲ ਜਿਹੜੇ ਚੌਧਰੀ ਬਣਦੇ ਨੇ ਧਰਮ ਦੇ, ਜਾਂ ਕੁਝ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਧਰਮ ਦੇ ਨਾਮ ਤੇ ਰਨ ਕਰਦੀਆਂ ਨੇ, ਕਿ ਇਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ, ਇਸ ਕਰਕੇ ਦੇ ਟਾਰਗੇਟ ਝੰਡੇ ਦੇ ਵਿਰੁੱਧ ਝੰਡਾ ਲਾਉਣਾ ਵਗੈਰਾ ਐਦਾਂ ਦੇ ਨੈਰੇਟਿਵ ਲਿਆ ਕੇ ਇੱਕ ਸਮਾਜਿਕ ਪਾੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ? ਇਹ ਜਿਹੜੀ ਹੈ ਨਾ ਅਪਮੈਨਸ਼ਿਪ ਦੀ ਪੋਲਿਟਿਕਸ, ਕੋਈ ਕਹਿੰਦਾ ਵੀ ਮੈਂ ਹਿੰਦੂ ਰਾਸ਼ਟਰ ਵੱਡਾ, ਮੇਰਾ ਥਾਟ ਵੱਡੀ ਹੈ, ਦੂਜੇ ਪਾਸੇ ਸਿੱਖ ਕੌਮ ਦੇ ਜਿਹੜੇ ਸੈਲਫ ਕਸਟੋਡੀਅਨਸ ਬਣੇ ਹੋਏ ਨੇ, ਜਿਵੇਂ ਕੱਲ ਦਾਦੂਵਾਲ ਹੁਣੀ ਜਾ ਕੇ ਚੀਫ ਮਿਨਿਸਟਰ ਤੋਂ ਬੇਅਦਬੀ ਦਾ ਇਨਸਾਫ ਮੰਗਦੇ ਨੇ, ਜਦੋਂ ਇਹਨਾਂ ਦੇ ਹੱਥ ਕਮਾਂਡ ਸੀ ਇਹ 2018 'ਚ ਛੱਡ ਕੇ ਕਿਉਂ ਭੱਜੇ? ਇੱਦਾਂ ਦੇ ਜਿਹੜੇ ਸੈਲਫ ਕਸਟੋਡੀਅਨਸ ਦੇ ਜਿਹੜੇ ਸਿੰਬਲਸ ਨੇ ਆਪਣੀ ਪਬਲਿਕ 'ਚ ਤੁਰੇ ਫਿਰਦੇ, they are creating a confusing state of mind within the inner thoughts of the people, and at most ਇਹਦਾ ਜਿਹੜੀ ਆ ਰਹੀ ਹੈ, ਇਸ ਦੀ ਜਿਹੜੀ ਸ਼ਿਕਾਰ ਹੋ ਰਹੀ ਹੈ ਉਹ ਨੌਜਵਾਨ ਥਾਟ ਹੋ ਰਹੀ ਹੈ, ਉਹ ਐਮਪਟੀਨੈਸ ਨਾਰਿਆਂ ਮਗਰ ਭੱਜਦੀ ਆ, ਕਦੀ ਗਾਣੇ ਸੁਣ ਕੇ ਭੱਜ ਲੈਂਦੀ ਆ, ਕਦੀ ਉਹ ਕਿਸੇ ਹੋਰ ਰੁੱਖ ਨੂੰ ਦੇਖ ਕੇ ਕਿਸੇ ਦਾ ਝੰਡਾ ਚਲਾਇਆ ਫੋਕਾ, ਪਰ ਭਾਵੇਂ ਉਦੋਂ ਤੋਂ ਬਾਅਦ 'ਚ ਉਹ ਤੋਂ ਕੀਮਤ ਨਹੀਂ ਅਦਾ ਕੀਤੀ ਗਈ, ਨਾ ਉਹ ਆਪਣੇ ਪੈਰ ਛੱਡ ਗਿਆ ਸੀ, ਕਦੀ ਉਹਦੇ ਮਗਰ ਭੱਜ ਪੈਂਦੇ ਰਹੇ। ਜੇ ਰਵਿੰਦਰਨਾਥ ਟੈਗੋਰ ਕਹਿੰਦਾ ਸੀ ਵੀ ਜੇ ਕਿਸੇ ਨਾਲ ਪੰਗਾ ਲਾਓ ਨਾ ਤਾਂ ਫਿਰ ਉਹਦੀ ਲਮੈਂਟ ਬਾਰੇ ਵੀ ਜਾਣ ਕੇ ਰਹੋ। ਜੇ ਅਸੀਂ ਮੱਥਾ ਟੇਕ ਕੇ ਘਰੋਂ ਗਏ ਸੀ, ਸਾਨੂੰ ਪਤਾ ਸੀ ਕਿ ਸਾਡੇ ਅੱਗੇ ਕੰਡੇ ਹੀ ਕੰਡੇ ਆ, ਪਰ ਅਸੀਂ ਉਹ ਕੰਡੇ ਚੁਗਣ ਗਏ ਸੀ ਕਿ ਸਾਡੀ ਨੌਜਵਾਨੀ ਨੂੰ ਮੁੜ ਕੇ ਉਹ ਕੰਡੇ ਚੁਗਣੇ ਨਾ ਪੈਣ। ਇਸ ਦੇ ਵਿੱਚ ਪ੍ਰਗਟਾਵੇ ਹੁੰਦੇ ਆ। ਪੰਜਾਬ 'ਚ ਮਨਵੀਰ ਇਹ ਜ਼ਰੂਰ ਹੈ ਕਿ ਇੱਥੇ ਖੂਨ ਬਹੁਤ ਡਿੱਗਿਆ, ਪਰ ਗਵਰਨਮੈਂਟਾਂ ਨੇ ਉਸ ਖੂਨ ਦਾ ਅੱਜ ਤੱਕ ਮੁੱਲ ਨਹੀਂ ਦਿੱਤਾ। ਇਹਨੂੰ ਨੈਰੇਟਿਵਸ ਦਿੱਤੇ ਗਏ ਆ, ਕਦੀ ਰਾਜੀਵ ਲਾਂਘੋ ਅਕੋਰਡ ਦਿੱਤਾ ਗਿਆ, ਕਦੀ ਹੋਰ ਵਾਅਦੇ ਕੀਤੇ ਗਏ ਵੀ ਇਹ ਸ਼ਹਿਰ ਤੁਹਾਡਾ, ਇਹ ਯੂਨੀਵਰਸਿਟੀ ਤੁਹਾਡੀ, ਇਹ ਪਾਣੀ ਤੁਹਾਡੇ, ਇਹ ਸਰ ਜ਼ਮੀਨ ਤੁਹਾਡੀ। ਸਾਡੇ ਕੋਲ ਤਾਂ ਪੂਰੀ ਸਰ ਜ਼ਮੀਨ ਵੀ ਨਹੀਂ ਆਈ, ਕਿਤੇ ਅਸੀਂ ਹੁਣ ਅਸੀਂ ਦਿੱਲੀ ਬਾਰਡਰ ਤੋਂ ਲੈ ਕੇ ਨਾਰਥ ਫਰੰਟੀਅਰ ਤੱਕ ਉਹ ਵੀ ਸਾਨੂੰ ਵੰਡਤਾ। ਉਸ ਬਾਰੇ ਜਿਹੜੇ ਮੁਸਲਮਾਨ ਵੈਸਟ ਪੰਜਾਬ 'ਚ ਬੈਠੇ ਆ ਅੱਜ ਉਹ ਵੀ ਰੋ ਰਹੇ ਆ। ਉਹਨਾਂ ਬਾਰੇ ਟਾਈਮਸ ਆਫ ਇੰਡੀਆ 'ਚ ਵੀ ਅੱਜ ਆਇਆ। ਅੱਜ 13 ਕਰੋੜ ਲੋਕਾਂ ਦੀ ਜ਼ਬਾਨ ਪੰਜਾਬੀ ਤੇ ਬਹੁਤ ਇੱਕ ਐਮੀਨੈਂਟ ਥ੍ਰੈਟ ਆ ਕਿ ਕਿਤੇ ਇਹ ਜਿਹੜੀ ਕਿ ਦੋਨੋਂ ਪਾਸੇ ਬੋਲੀ ਜਾਂਦੀ ਸੀ ਖੁੱਲੇ ਪੰਜਾਬ ਵਿੱਚ, ਜਿਹਦੀਆਂ ਕਿ ਸਦੀਆਂ ਤੋਂ, ਸੈਂਚਰੀਜ਼ ਤੋਂ ਜਿਹਦਾ ਇੱਕ ਪਿਛੋਕੜ ਆ, ਇਹ ਬਾਬੇ ਨਾਨਕ ਹੋਣਾ ਤੋਂ ਵੀ ਪਹਿਲੇ ਜ਼ਬਾਨ ਸੀ, ਜਿਹੜੀ ਕਿ ਜ਼ਬਾਨ ਅੱਜ ਆਪਣੀ ਖਤਰੇ 'ਚ ਆ। ਅਸੀਂ ਕਿਸ ਤਰ੍ਹਾਂ ਆਪਣਾ ਡ੍ਰੀਮ ਪਰਸੂ ਕਰੀਏ ਜਿਹੜਾ ਸਾਨੂੰ ਲਾਈਫ, ਲਿਬਰਟੀ ਤੇ ਪਰਸੂਟ ਆਫ ਹੈਪੀਨੈਸ ਵੱਲ ਲੈ ਕੇ ਜਾਂਦਾ। ਰਣਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ। ਕੋਈ ਐਕਸਟਰਾ ਗੱਲ ਜੇ ਤੁਸੀਂ ਇਹਦੇ 'ਚ ਐਡ ਕਰਨੀ ਚਾਹੁੰਦੇ ਆ ਤਾਂ ਪਲੀਜ਼ ਤੁਸੀਂ ਕਰ ਸਕਦੇ। ਮੈਂ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਆਪਣੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦੀ ਟਰਾਈ ਕਰ ਰਿਹਾ, ਇਹ ਸਰੈਂਡਰਡ ਥਾਟ ਆ, ਇਹ 84 ਵੇਲੇ ਤੁਹਾਡੇ ਸਾਰੇ ਲੋਕਾਂ ਦੇ ਸਾਹਮਣੇ ਆ ਕਿ ਇੱਕ ਪਾਸੇ ਤਾਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਲੋਹਾ ਲੈ ਰਹੇ ਸੀ, ਭਾਵੇਂ ਇਹਨਾਂ ਨੇ ਰਲ ਕੇ ਮੋਰਚਾ ਲਾਇਆ ਸੀ, ਅਲਟੀਮੇਟਲੀ ਉਹਦੀ ਫਾਲ ਆਊਟ ਇਹ ਹੋਈ ਕਿ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋਇਆ, ਸਾਡੀਆਂ ਮੰਗਾਂ ਨਹੀਂ ਸੁਣੀਆਂ ਗਈਆਂ, ਜਿਹਦਾ ਹਿਸਾਬ ਅਸੀਂ ਅੱਜ ਹੀ ਮੰਗਦੇ ਹਾਂ। ਪਰ ਜਿਨ੍ਹਾਂ ਨੇ ਮੰਗਾਂ ਠਾਈਆਂ, ਇੱਕ ਪਾਸੇ ਲਾਂਗੋਵਾਲ ਥਾਟ ਸੀ ਜਿਹੜੀ ਸਰੈਂਡਰ ਕਰ ਗਈ, ਉਹਦੇ ਵਿੱਚ ਆਹ ਜਿਹੜੇ ਹੁਣ ਮਨਪ੍ਰੀਤ ਸਿੰਘ ਆਲੀ MLA ਨੂੰ ਚੈਲੰਜ ਕਰ ਰਿਹਾ ਬਿਰਸਾ ਬਲਟੋਆ, ਇਹ ਉਹ ਸਰੈਂਡਰ ਥਾਟ ਦਾ ਹਿੱਸਾ ਨੇ। ਇਹ ਸਰੈਂਡਰ ਥਾਟ ਠੀਕ ਆ, ਹਾਵੀ ਰਹੀ, ਕਿਉਂਕਿ ਇੱਥੇ ਕਨਫਿਊਜ਼ਨ ਬਹੁਤ ਸੀ। 84 ਤੋਂ ਬਾਅਦ ਖੂਨ ਬਹੁਤ ਡੁੱਲਿਆ ਸੀ, ਸਾਡੇ ਵਰਗੀ ਜਵਾਨੀ ਸਾਰੀ ਜੇਲ੍ਹਾਂ 'ਚ ਬੈਠੀ ਸੀ, ਕੁਛ ਸਾਡੇ ਸ਼ਹੀਦ ਹੋ ਗਏ ਸੀ, ਇੱਥੇ ਚੱਪੇ ਚੱਪੇ ਤੇ ਖੂਨ ਸੀ। ਹੁਣੇ ਤੂੰ ਦੇਖ ਲੈ, ਕੱਲ ਜੱਜਮੈਂਟ ਆਈ ਆ,
1992 ਚ 4 ਸਿੱਖ ਨੌਜਵਾਨ ਮਾਰਤੇ ਸੀ ਅੰਮ੍ਰਿਤਸਰ ਪੁਲਿਸ ਨੇ। 12 ਤਰੀਕ ਨੂੰ 12 ਸਤੰਬਰ ਨੂੰ ਭੋਪਾਲ ਤੋਂ ਲੈ ਕੇ ਆਏ ਆ, 13 ਤਰੀਕ ਨੂੰ ਉਹਨਾਂ ਦਾ ਐਨਕਾਊਂਟਰ ਹੋ ਗਿਆ। ਅੱਜ ਕੋਰਟ ਨੇ ਵੀ ਮੰਨਿਆ, ਕਿੱਥੇ ਦੇਖ ਲਓ 1992 ਆ ਤੇ ਕਿੱਥੇ 2022 ਆ, ਹਜੇ ਉਹਨਾਂ ਨੂੰ ਸੈਂਟੈਂਸਿੰਗ ਹੋਣੀ ਆ। ਪਰ ਤੁਸੀਂ ਇਹ ਦੇਖੋ ਵੀ ਕੋਰਟ ਜੇ ਕਹਿ ਰਹੀ ਆ ਕਿ ਤੁਹਾਡੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਨੇ, ਕਿਉਂ ਸਾਡੇ ਜਸਟਿਸਿਸ ਆਫ ਦਾ ਸੁਪਰੀਮ ਕੋਰਟ, ਸੀਨੀਅਰ ਜਸਟਿਸਿਸ ਜਿਨ੍ਹਾਂ ਨੇ ਕੱਲ੍ਹ ਨੂੰ ਚੀਫ ਜਸਟਿਸ ਬਣਨਾ, ਉਹ ਇਹ ਕਿਉਂ ਕਹਿ ਰਹੇ ਆ ਕਿ ਇੰਡੀਆ ਦੀ ਜਿਹੜੀ ਡੈਮੋਕ੍ਰੇਸੀ ਹੈ ਪ੍ਰਕੈਰੀਅਸ ਹੈਲਥ ਵਿੱਚ ਆ, ਬਿਕੋਜ਼ ਸੋਸ਼ਲ ਜਸਟਿਸ ਐਂਡ ਸੋਸ਼ਲ ਡੈਮੋਕ੍ਰੇਸੀ ਖੁਰ ਰਹੀ ਆ। ਇਸੇ ਤਰ੍ਹਾਂ ਹੀ ਜੇ ਕਲਟ ਫਿਗਰ ਸ਼੍ਰੋਮਣੀ ਅਕਾਲੀ ਦਲ ਚੋਂ ਸਰੈਂਡਰਡ ਥਾਟ ਦੀ ਦੁਬਾਰਾ ਬੁਣਨੀ ਚਾਹਣਗੇ ਤਾਂ ਇੱਥੇ ਇਹਨਾਂ ਨੂੰ ਅਸੈਪਟ ਨਹੀਂ ਕੀਤਾ ਜਾਣਾ। ਇਹ ਮੇਰੇ ਵਰਡਸ ਭਾਵੇਂ ਲਿਖ ਕੇ ਰੱਖ ਲਓ, ਅੱਜ ਲਿਖ ਲਓ, ਕੱਲ ਦੇਖ ਲਿਓ। ਇਸ ਫੇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਰੈਂਡਰਡ ਜਿਹੜੀ ਥਾਟ ਆ, ਜਿਹੜਿਆਂ ਨੇ ਗਿਰਵੀ ਰੱਖਤਾ ਸੀ ਆਪਣੇ ਆਪ ਨੂੰ 84 ਚ, ਗੋਡੇ ਟੇਕਦੇ ਸੀ ਇੰਡੀਅਨ ਆਰਮੀ ਅੱਗੇ, ਉਹ ਥਾਟ ਨਹੀਂ ਮੰਨੀ ਜਾਊ। ਤਾਂ ਹੀ ਇੱਥੇ ਕਨਫਿਊਜ਼ਨ ਆ ਮਨਵੀਰ। ਉਹ ਜਿਹੜੀਆਂ ਫਾਲਟ ਲਾਈਨਸ ਨੇ ਉਹਨਾਂ ਵਿੱਚ ਲੋਕੀ ਆਪਣੀਆਂ ਅਪਮੈਨਸ਼ਿਪ ਕਰਨੀਆਂ ਚਾਹੁੰਦੇ ਨੇ ਕਿ ਮੈਂ ਵੱਡਾ, ਮੈਂ ਜ਼ਿਆਦਾ ਦੁੱਖ ਜਾਣਦਾ, ਮੈਂ ਜ਼ਿਆਦਾ ਦੁੱਖ ਝੱਲੇ ਆ। ਇਟ ਇਜ਼ ਨਾਟ ਅਬਾਊਟ ਦਿਸ। ਇਹ ਕੋਈ ਕਿਸੇ ਦਾ ਕਿਸੇ ਤੇ ਲਾਮਾ ਨਹੀਂ ਗਾ। ਇਹ ਜ਼ਰੂਰ ਆ ਕਿ ਇੱਕ ਥਾਟ ਪ੍ਰੋਸੈਸ ਨੂੰ ਸਮਝਿਆ ਜਾਵੇ ਤਾਂ ਕਿ ਅਸੀਂ ਆਪਣੀ ਇੱਕ ਨਰੋਈ ਸਮਾਜ, ਨੌਜਵਾਨੀ ਸਿਰ ਸਕੀਏ, ਲੋਕਾਂ ਨੂੰ ਇਹ ਦੱਸ ਸਕੀਏ ਕਿ ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ ਦਾ ਮੀਨਿੰਗ ਕੀ ਹੈ। ਥੈਂਕ ਯੂ। ਥੈਂਕ ਯੂ ਸੋ ਮਚ ਸਰ।